ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਰਵੇਸ਼, ਗੁਰੂ ਨਾਨਕ ਸਾਹਿਬ ਹਜੂਰ। ਭੂਲ ਛਿਮੋ हमरी प्रभ आपन, ਭੂਲਨਹਾਰ ਕਹਾਂ ਕੋ ਮੋਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦ ਸਾਹਿਬ ਦੀ 13ਵੀਂ ਪੌੜੀ ਦੇ ਦਰਸ਼ਨ ਅੱਜ ਪ੍ਰਤੱਖ ਕਰਨੇ ਨੇ। ਇੱਕ ਅਲੌਕਿਕ ਪੌੜੀ ਹੈ ਮਹਾਰਾਜ। ਆਈਜ਼ੈਕ ਨਿਊਟਨ ਕਹਿੰਦਾ ਹੈ ਕਿ ਇਹ ਸਾਰੇ ਪਲੈਨੇਟਰੀ ਮੋਸ਼ਨ ਗ੍ਰੈਵਿਟੀ ਨਾਲ ਚੱਲਦੇ ਹਨ, ਪਰ ਇਹ ਨਹੀਂ ਪਤਾ ਕਿ ਇਹਨਾਂ ਪਲੈਨੇਟਸ ਨੂੰ ਚਲਾਇਆ ਕਿਸ ਨੇ ਹੈ। ਮੇਰਾ ਜੀਵਨ, ਸਾਰੀ ਸ੍ਰਿਸ਼ਟੀ, ਸਾਰਾ ਜਗ, ਸਭ ਦੁਨੀਆ ਚੱਲ ਰਹੀ ਹੈ। ਇਹਦੇ ਪਿੱਛੇ ਕਾਰਨ ਕੀ ਹੈ? ਇਹ ਜਾਣਾ ਕਿੱਧਰ ਚਾਹੁੰਦੀ ਹੈ? ਇਹਦੇ ਮੂਲ ਵਿੱਚ ਕੀ ਵਸਦਾ ਹੈ? ਕੌਣ ਜਾਣਦਾ ਹੈ? ਅੱਜ ਸਾਇੰਸ ਨੇ ਬਹੁਤ ਤਰੱਕੀ ਕਰ ਲਈ, ਪਰ ਇਨਸਾਨ ਇੱਕ ਬੜੇ ਮੂਲ ਤੱਤ ਤੋਂ ਬੇਮੁਖ ਹੈ ਕਿ ਇਸ ਸ੍ਰਿਸ਼ਟੀ ਦੇ ਵਿੱਚ ਔਰ ਇਸ ਜੀਵਨ ਦੇ ਕਾਰਨ ਦੇ ਪਿੱਛੇ ਕਿਹੜੀ ਸ਼ਕਤੀ ਔਰ ਕੀ ਵਸਦਾ ਹੈ। ਕੁਝ ਲੋਕਾਂ ਨੂੰ ਸਮਝ ਆਈ ਹੈ, ਗੁਰੂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਨ੍ਹਾਂ ਨੇ ਸੁਣਿਆ ਹੈ, ਮੰਨਿਆ ਹੈ, ਉਹਨਾਂ ਨੇ ਜਾਣ ਵੀ ਲਿਆ ਹੈ। कितने ही हज़ारों करोड़ों लोग सृष्टि विच आए हैं, जी जंत वसते हैं। कितना कुछ बन रहा है, कितना कुछ बिगड़ रहा है। ਇਹਦੇ ਆਧਾਰ ਵਿੱਚ ਕੀ ਹੈ? ਫਾਊਂਡੇਸ਼ਨ ਵਿੱਚ ਕੀ ਹੈ? ਕਿਤਨੇ ਹੀ ਬੇਅੰਤ ਜੀਵਨ ਹਨ, ਥੋੜਿਆਂ ਦਾ ਦਰਜ ਕਿਤਾਬਾਂ ਵਿੱਚ, ਹਿਸਟਰੀ ਵਿੱਚ ਹੋਇਆ ਹੈ, ਪਰ ਇਹਨਾਂ ਸਾਰਿਆਂ ਦਾ ਅਰਥ ਕੀ ਨਿਕਲਦਾ ਹੈ? ਇਹ ਕਿੱਥੋਂ ਦਿਖੇਗਾ? ਇੱਕ ਪੱਤਾ, ਇੱਕ ਫੁੱਲ, ਇੱਕ ਕੀੜੀ, ਇਹ ਸਭ ਹੋ ਕਿਸ ਤਰ੍ਹਾਂ ਰਿਹਾ ਹੈ? ਔਰ ਇਹਦੇ ਆਧਾਰ ਵਿੱਚ, ਫਾਊਂਡੇਸ਼ਨ ਵਿੱਚ, ਇਹਦੇ ਸੋਰਸ ਵਿੱਚ ਕੀ ਹੈ ਜਿਸ ਕਾਰਨ ਇਹ ਸਭ ਕੁਝ ਹੋ ਰਿਹਾ ਹੈ? ਮੈਂ ਜੀਵਨ ਨੂੰ ਆਪਣੇ ਹੀ ਐਕਸਪੀਰੀਅੰਸ ਤੋਂ ਜਾਣਦਾ ਹਾਂ। ਮੈਂ ਵੀ ਚੱਲ ਰਿਹਾ ਹਾਂ, ਪਰ ਮੈਂ ਲੱਭਣਾ ਕੀ ਚਾਹੁੰਦਾ ਹਾਂ, ਉਹਦਾ ਸ਼ਾਇਦ ਮੈਨੂੰ ਪੂਰੀ ਤਰ੍ਹਾਂ ਆਪ ਹੀ ਗਿਆਨ ਨਹੀਂ ਹੈ। ਔਰ ਉਹ ਹੈ ਕਿੱਥੇ? ਧੰਨ ਗੁਰੂ ਅਮਰਦਾਸ ਗੋਬਿੰਦਵਾਲ ਸਾਹਿਬ ਇੱਕ ਪੁਕਾਰ, ਸੁਨੇਹਾ, ਇੱਕ ਬਾਂਗ ਦਿੰਦੇ ਹਨ। ਸੁੱਤਿਆਂ ਨੂੰ ਜਗਾਉਣ ਦਾ ਯਤਨ ਹੈ। ਦੱਸਣਾ ਚਾਹੁੰਦੇ ਹਨ ਜੀਵਨ ਕੀ ਹੈ, ਔਰ ਅਸੀਂ ਉਸ ਨੂੰ ਜਾਣ ਕੇ ਉਹਦੇ ਬਾਰੇ ਕੀ ਕਰਦੇ ਹਾਂ। ਇਹ ਫਿਰ ਸਾਡੀ ਚੋਇਸਿਸ ਹਨ। ਅੱਜ ਦੀ 13ਵੀਂ ਪੌੜੀ ਜੀਵਨ ਦੇ ਮੂਲ ਬਾਰੇ ਵਿਚਾਰ ਸ਼ੁਰੂ ਕਰਦੀ ਹੈ। ਮੇਰੇ ਬਾਰੇ ਗਿਆਨ ਮੈਨੂੰ ਦੇਣਾ ਚਾਹੁੰਦੀ ਹੈ।
ਜੋ ਮੈਂ ਸਰਫੇਸ ਤੇ ਮਨ ਦੇ ਉੱਪਰਲੇ ਤਲ ਤੇ ਉਲਝਿਆ ਰਹਿੰਦਾ ਹਾਂ, ਤਾਂ ਉਸ ਉਲਝਣ ਦਾ ਕਾਰਨ ਕੀ ਹੈ ਔਰ ਮੈਂ ਕੀ ਲੱਭਣਾ ਚਾਹੁੰਦਾ ਹਾਂ, ਇਹ ਗੁਰੂ ਅਮਰਦਾਸ ਗਿਆਨ ਦੇ ਰਹੇ ਹਨ। ਬਾਣੀ ਇੱਕ ਇਹੋ ਜਿਹੀ ਵਸਤੂ ਹੈ ਜਿਸ ਦੇ ਨਾਲ ਜੁੜਿਆ ਜਾ ਸਕਦਾ ਹੈ, ਔਰ ਜਦੋਂ ਅਸੀਂ ਜੁੜਦੇ ਹਾਂ ਤਾਂ ਫਿਰ ਸਭ ਨਾਲ ਜੁੜਦੇ ਹਾਂ, ਔਰ ਅਗਰ ਅਸੀਂ ਨਹੀਂ ਜੁੜਦੇ ਤਾਂ ਸਾਡਾ ਮਿਲਣਾ ਵੀ ਵਿਛੋੜਾ ਹੀ ਹੈ। ਉਹੀ ਮਿਲਣਾ ਪੂਰਨ ਹੈ ਜਿਹਦੇ ਵਿੱਚ ਮੈਂ ਆਪਣੇ ਮਨ ਦੇ ਤੱਤ ਨੂੰ ਜਾਣ ਲੈਂਦਾ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਬਹੁਤ ਪ੍ਰਿਯ ਲੱਗਦੀ ਹੈ। ਮਹਾਰਾਜ ਦੱਸਦੇ ਹਨ ਕਿ ਬਿਨ ਆਪਾ ਚੀਨੇ, ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਇਹ ਜੀਵਨ ਦਾ ਭਰਮ ਨਹੀਂ ਜਾਏਗਾ। ਜਿਸ ਨੂੰ ਮੈਂ ਮਿਲਣਾ ਜਾਣਦਾ ਹਾਂ, ਜਿਸ ਨੂੰ ਮੈਂ ਅਚੀਵਮੈਂਟ ਜਾਣਦਾ ਹਾਂ, ਜਿਸ ਨੂੰ ਮੈਂ ਜੀਵਨ ਦਾ ਰਸ ਜਾਣਦਾ ਹਾਂ, ਉਹ ਅਧੂਰਾ ਹੈ। ਉਹ ਸਭ ਸਮੇਂ ਦੇ ਅੰਦਰ ਹੈ ਔਰ ਕੁਝ ਸਮੇਂ ਲਈ ਹੈ, ਉਸ ਤੋਂ ਪਾਰ ਨਹੀਂ ਹੈ। ਗੁਰੂ ਇੱਕ ਇਹੋ ਜਿਹੀ ਮਨ ਦੀ ਅਵਸਥਾ ਦਾ ਗਿਆਨ ਦੇਣਾ ਚਾਹੁੰਦੇ ਹਨ ਜਿਹਦੇ ਬਾਰੇ ਅਗਰ ਦੁਨੀਆ ਦੀ ਪੋਪੂਲੇਸ਼ਨ ਨੂੰ ਗਿਆਨ ਹੋ ਜਾਏ ਤਾਂ ਜੀਵਨ ਕੁਝ ਹੋਰ ਬਣ ਜਾਏਗਾ। ਕਾਰਨ ਦੁਨੀਆ ਨੂੰ ਅਸੀਂ ਕਿਉਂ ਨਹੀਂ ਇਸ ਬਾਰੇ ਦੱਸ ਪਾਉਂਦੇ, ਕਿਉਂਕਿ ਅਸੀਂ ਇਸ ਨੂੰ ਆਪ ਨਹੀਂ ਕਮਾ ਪਾਉਂਦੇ। ਬਿਨਾਂ ਕਮਾਈ ਔਰ ਜਾਣੇ ਕਿਸੇ ਨੂੰ ਦੱਸਿਆ ਨਹੀਂ ਜਾ ਸਕਦਾ। ਗੱਲਾਂ ਵਿੱਚ ਇਹ ਅਵਸਥਾ ਦਾ ਬਿਆਨ ਕਰਨਾ ਇੱਕ ਅਧੂਰੀ ਕਥਾ ਹੈ, ਪਰ ਇਸ ਨੂੰ ਜਾਣ ਲੈਣਾ ਔਰ ਜਾਣ ਕੇ ਮਨ ਨੂੰ ਉਹਦੇ ਵਿੱਚ ਉਤਾਰ ਦੇਣਾ, ਫਿਰ ਗਿਆਨ ਆਪਣਾ ਵੀ ਔਰ ਗਿਆਨ ਦੂਸਰੇ ਦਾ ਵੀ ਜਾਗਰਤ ਹੋ ਸਕਦਾ ਹੈ। ਮੈਨੂੰ ਇਹ ਫੈਸਲਾ ਕਰਨਾ ਹੈ ਕਿ ਮੈਂ ਇਸ ਜੀਵਨ ਵਿੱਚ ਇਸ ਅਵਸਥਾ ਦਾ ਗਿਆਨ ਪ੍ਰਾਪਤ ਕਰਨ ਦੀ ਸ਼ਕਤੀ ਲਗਾਵਾਂਗਾ ਕਿ ਨਹੀਂ, ਕਿਉਂਕਿ ਗੁਰੂ ਵੀ ਉਸ ਨੂੰ ਹੀ ਖੋਜਦਾ ਹੈ ਜੋ ਇਸ ਅਵਸਥਾ ਨੂੰ ਜਾਣਨਾ ਚਾਹੁੰਦਾ ਹੈ। ਬਾਕੀ ਸਭ ਗੱਲਾਂ ਵਿੱਚ ਹੀ ਰਹਿ ਜਾਂਦਾ ਹੈ। ਆਪ ਥੋੜਾ ਜਿਹਾ ਇੱਕ ਬੇਨਤੀ ਸਮਝਣਾ, ਅਗਰ ਇਸ ਪੌੜੀ ਨੂੰ ਮੈਂ ਪੂਰੀ ਤਰ੍ਹਾਂ ਮਨ ਵਿੱਚ ਉਤਾਰ ਲਵਾਂਗਾ ਤਾਂ ਮੈਂ ਜੀਵਨ ਬਦਲ ਦਿਆਂਗਾ ਆਪਣਾ, ਆਪਣੇ ਪਰਿਵਾਰ ਦਾ ਔਰ ਸਰਬਤ ਦਾ। ਸਰਬਤ ਦਾ ਅਗਰ ਅਰਥ ਮੈਂ ਕਰਾਂ ਤਾਂ ਭਾਵ ਇਹ ਹੈ ਸਾਰਿਆਂ ਦਾ। ਜੋ ਜੁੜਿਆ ਹੈ ਉਹ ਸਭ ਨਾਲ ਜੁੜਿਆ ਹੈ, ਜੋ ਸਭ ਨਾਲ ਨਹੀਂ ਜੁੜਿਆ ਉਹਦਾ ਜੁੜਨਾ ਵੀ ਅਧੂਰਾ ਹੈ। ਔਰ ਜੋ ਹਉਮੈ ਦੇ ਵਿੱਚ ਆਪਣੇ ਮਨ ਦੀ ਦੀਵਾਰ ਨੂੰ ਜ਼ਿਆਦਾ ਉੱਚੀ ਕਰ ਚੁੱਕਿਆ ਹੈ, ਉਹ ਇੱਕ ਬੜਾ ਲੋਨਲੀ ਔਰ ਅਧੂਰਾ ਜੀਵਨ ਜੀ ਰਿਹਾ ਹੈ।
ਉਹਦੇ ਵਿੱਚ ਤੜਫਨ ਹੈ, ਦੁੱਖ ਹੈ, ਉਹਦੇ ਵਿੱਚ ਤੜਫ ਹੈ, ਇੱਕ ਤ੍ਰਿਸ਼ਨਾ ਦੀ ਅੱਗ ਹੈ। ਗੁਰੂ ਦੀ ਇਸ ਪੌੜੀ ਦੇ ਵਿੱਚ ਮਨ ਦੀ ਇਸ ਅਵਸਥਾ ਦੀ ਵਿਚਾਰ ਹੈ ਜਿਹਦੇ ਵਿੱਚ ਮਨ ਜਾਗਰਤ ਹੈ, ਆਨੰਦਿਤ ਹੈ, ਆਜ਼ਾਦ ਹੈ, ਸਦਾ ਲਈ ਹੈ ਔਰ ਐਮਪਾਵਰਡ ਹੈ। ਆਓ ਇਸ ਪੌੜੀ ਨੂੰ ਬੜੇ ਹੀ ਧਿਆਨ ਨਾਲ ਵਿਚਾਰੀਏ, ਗੁਰੂ ਅਮਰਦਾਸ ਨੂੰ ਮਿਲੀਏ ਔਰ ਅਰਦਾਸ ਕਰੀਏ ਕਿ ਕਿਰਪਾ, ਪ੍ਰੇਮ ਔਰ ਨਦਰ ਗੁਰੂ ਦੀ ਮਿਲ ਜਾਏ। ਮੈਂ ਸਿੱਖੀ ਕਮਾ ਲਵਾਂ, ਗੁਰੂ ਦੇ ਚਰਨਾਂ ਨੂੰ ਸ਼ਬਦ ਰਾਹੀਂ ਜਾਣ ਲਵਾਂ। ਕੋਈ ਵੀਰ ਭੈਣ ਇਸ ਪਦੇ ਨੂੰ ਪੜ੍ਹੀਏ, ਫਿਰ ਇਹਦੇ ਵਿਚਾਰ ਵਿੱਚ ਆਪਣੇ ਆਪ ਨੂੰ ਬਹਾ ਦਈਏ। ਵਾਹਿਗੁਰੂ ਜੀ। ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰਸਣ ਆਇਆ। ਲੱਭ ਲੋਭ ਅਹੰਕਾਰ ਚੁਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸਨੋ ਆਪ ਟੁੱਟਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਕਹਿ ਨਾਨਕ ਜਿਸਨੋ ਆਪ ਟੁੱਟਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਮੇਰੇ ਵਿਚਾਰ ਨਾਲ ਇਸ ਪੌੜੀ ਦੇ ਕੋਰ ਵਿੱਚ ਇੱਕ ਬਹੁਤ ਪੋਟੈਂਟ ਸ਼ਬਦ ਪ੍ਰਗਟ ਹੁੰਦਾ ਹੈ, ਜਿਸ ਨੂੰ ਅਸੀਂ ਅੰਮ੍ਰਿਤ ਕਰਕੇ ਜਾਣਦੇ ਹਾਂ। ਖੰਡੇ ਦੀ ਪਹੁਲ ਇੱਕ ਅੰਮ੍ਰਿਤ ਦੀ ਪ੍ਰਥਾ ਹੈ, ਖਾਲਸਾ ਵਿਧੀ ਹੈ, ਮੈਥਡ ਹੈ, ਜਿਹਦੇ ਨਾਲ ਗੁਰੂ ਨਾਲ ਜੁੜਨ ਦਾ, ਸ਼ਬਦ ਨਾਲ ਜੁੜਨ ਦਾ ਅਸੀਂ ਯਤਨ ਕਰਦੇ ਹਾਂ। ਇਸ ਅੰਮ੍ਰਿਤ ਬਾਰੇ ਅਸੀਂ ਵਿਚਾਰ ਸਕਦੇ ਹਾਂ, ਪਰ ਇਹ ਇੱਕ ਐਕਸਪੀਰੀਅੰਸ ਹੈ ਔਰ ਇਹ ਐਕਸਪੀਰੀਅੰਸ ਮੇਰੇ ਤੋਂ ਦੂਰ ਨਹੀਂ ਹੈ, ਮੇਰੇ ਨਾਲ ਹੀ ਹੈ, ਪਰ ਮੈਂ ਇਸ ਨੂੰ ਬਾਹਰ ਖੋਜ ਰਿਹਾ ਹਾਂ। ਜਦੋਂ ਜੂਡੋ ਕ੍ਰਿਸ਼ਨਾ ਮੂਰਤੀ ਇਹ ਕਹਿੰਦਾ ਹੈ ਕਿ ਵੀ ਆਰ ਆਲ ਲੁਕਿੰਗ ਫॉर ਹੈਪੀਨੈਸ ਐਂਡ ਵੀ ਆਰ ਲੁਕਿੰਗ ਫॉर ਹੈਪੀਨੈਸ ਫॉर ਐਵਰ, ਤਾਂ ਉਸ ਦਾ ਭਾਵ ਅੰਮ੍ਰਿਤ ਹੈ, ਯਾਨੀ ਆਨੰਦ ਜੋ ਸਦਾ ਲਈ ਹੈ, ਜਿਹਦੇ 'ਚ ਮ੍ਰਿਤਿੂ ਨਹੀਂ ਹੈ, ਕੋਈ ਕੰਡੀਸ਼ਨਸ ਨਹੀਂ ਹਨ ਔਰ ਕੋਈ ਵਿਘਨ ਨਹੀਂ ਹੈ। देयर इज फ्रीडम, देयर इज जॉय, देयर इज नो इंटरप्शन and there is no reason for this joy. It is only available through the door of the Guru,
who is Guru needs to be understood. मैं बहुत लंबी आयु जी सकता हाँ, बहुत शोहर पैसा शोहरत और पैसा कमा सकता हाँ, दुनिया विच नाम हो सकता है, पर अंततः अगर मेरे कोल अंमृत नहीं है ਤਾਂ ਉਹ ਸਭ ਕੁਝ ਦੁੱਖ ਵਿੱਚ ਤਬਦੀਲ ਹੋਣ ਵਾਲਾ ਹੈ। ਇਹਨੂੰ ਸਮਝਣਾ ਹੈ ਕਿ ਅਗਰ ਖੁਸ਼ੀ ਦਾ ਕੋਈ ਕਾਰਨ ਹੈ ਤਾਂ ਉਹ ਕਾਰਨ ਬਦਲਦੇ ਹੀ ਉਹ ਦੁੱਖ ਬਣ ਜਾਏਗਾ। ਤਾਂ ਅਸੀਂ ਜੀਵਨ ਵਿੱਚ ਇਸ ਅੰਮ੍ਰਿਤ ਦੀ ਝਲਕ ਪਾਉਂਦੇ ਹਾਂ ਕਾਰਨਾਂ ਕਰਕੇ। ਸਾਨੂੰ ਰਸ ਮਿਲਦਾ ਹੈ, ਕਿਸੇ ਵੀ ਚੀਜ਼ ਵਿੱਚ ਰਸ ਮਿਲਦਾ ਹੈ, ਔਰ ਉਹ ਆਪਣੇ ਆਪ ਵਿੱਚ ਮਾੜੀ ਚੀਜ਼ ਨਹੀਂ ਹੈ। ਕਿਸੇ ਨੂੰ ਕੋਈ ਆਰਟ ਵਿੱਚ ਮਿਲਦਾ ਹੈ, ਕਿਸੇ ਨੂੰ ਪੜ੍ਹਨ ਵਿੱਚ ਮਿਲਦਾ ਹੈ, ਕਿਸੇ ਨੂੰ ਲਿਖਣ ਵਿੱਚ ਮਿਲਦਾ ਹੈ, ਕਿਸੇ ਨੂੰ ਗਾਉਣ ਵਿੱਚ ਮਿਲਦਾ ਹੈ। रस ਦੇ ਕਾਰਨ ਹੀ ਜੀਵਨ ਚੱਲਦਾ ਹੈ। ਔਰ ਇਸ ਰਸ ਦੇ ਪਿੱਛੇ ਕੀ ਹੈ? ਮੈਂ ਕੁਝ ਚੀਜ਼ਾਂ ਦੀ ਚੋਇਸਿਸ ਲਈਆਂ ਹਨ। ਆਈ ਲਾਈਕ ਟੂ ਡੂ ਦਿਸ। ਅੱਜ ਕੱਲ੍ਹ ਮੋਟਰਸਾਈਕਲ ਦਾ ਬਹੁਤ ਕਰੇਜ਼ ਹੈ ਲੋਕਾਂ ਨੂੰ, ਉਹਨਾਂ ਦੀ ਚੋਇਸ ਹੈ, ਪਰ ਉਹਦੇ ਪਿੱਛੇ ਸਾਈਕੋਲੋਜੀ ਕੀ ਹੈ? ਮੈਂ ਜੋ ਕਰਨਾ ਚਾਹੁੰਦਾ ਹਾਂ, ਜੋ ਮੈਂ ਚੋਇਸਿਸ ਚੂਜ਼ ਕਰਦਾ ਹਾਂ, ਜਦ ਮੈਨੂੰ ਉਹ ਮਿਲ ਜਾਂਦੀਆਂ ਹਨ ਤਾਂ ਮੇਰਾ ਮਨ ਠਹਿਰਾਵ ਵਿੱਚ ਆ ਜਾਂਦਾ ਹੈ, ਰੁਕ ਜਾਂਦਾ ਹੈ, ਕਿਉਂਕਿ ਜੋ ਮੈਂ ਭਾਲਦਾ ਹਾਂ ਉਹ ਮੈਨੂੰ ਮਿਲ ਗਿਆ ਹੈ। ਕਈ ਵਾਰ ਅਸੀਂ ਕੁਝ ਚੀਜ਼ ਯਾਦ ਕਰਨਾ ਚਾਹੁੰਦੇ ਹਾਂ, ਯਾਦ ਨਹੀਂ ਆਉਂਦੀ ਤਾਂ ਪਰੇਸ਼ਾਨ ਹੋ ਜਾਂਦੇ ਹਾਂ, ਔਰ ਥੋੜ੍ਹੀ ਦੇਰ ਅਗਰ ਠਹਿਰਾਵ ਵਿੱਚ ਆ ਜਾਏ ਮਨ, ਤਾਂ ਫਿਰ ਉਹ ਮਨ ਵਿੱਚ ਆਪਣੇ ਆਪ ਪ੍ਰਗਟ ਹੋ ਜਾਂਦਾ ਹੈ। ਚਾਹੇ ਕਿਸੇ ਦਾ ਨਾਮ ਹੋਏ, ਚਾਹੇ ਕੋਈ ਹੋਰ ਗੱਲ ਹੋਏ। ਇਹ ਕਿਸ ਤਰ੍ਹਾਂ ਹੁੰਦਾ ਹੈ? ਜਿਸ ਚੀਜ਼ ਦਾ ਮੈਨੂੰ ਗਿਆਨ ਹੈ ਉਹ ਸਭ ਮੇਰੇ ਮਨ ਦੇ ਵਿੱਚ ਹੈ, ਬਸ ਉਸਦੇ ਵਿੱਚ ਇੱਕ ਪਰਦਾ ਪੈ ਜਾਂਦਾ ਹੈ। ਉਸ ਪਰਦੇ ਨਾਲ ਅਸੀਂ ਭੁੱਲ ਜਾਂਦੇ ਹਾਂ ਕਿ ਸਾਨੂੰ ਉਹਦਾ ਗਿਆਨ ਹੈ। ਹਿਪਨੋਥੈਰੇਪੀ ਇੱਕ ਬਹੁਤ ਵਰਤਿਆ ਜਾ ਰਿਹਾ ਟੂਲ ਹੈ ਅੱਜ ਕੱਲ੍ਹ, ਜਿਹਦੇ ਵਿੱਚ ਲੋਕ ਪਿਛਲੇ ਜਨਮ ਵੀ ਗਿਆਨ ਪ੍ਰਾਪਤ ਕਰ ਲੈਂਦੇ ਹਨ। ਇਹ ਕਿਵੇਂ ਹੁੰਦਾ ਹੈ? ਜਦ ਮੈਂ ਕੌਨਸ਼ੀਅਸ ਮਾਈਂਡ ਨੂੰ ਸ਼ਾਂਤ ਕਰ ਦਿੰਦਾ ਹਾਂ ਜਾਂ ਉਸ ਦੇ ਬਿਯੋਂਡ ਚਲਾ ਜਾਂਦਾ ਹਾਂ, ਤਾਂ ਜੋ ਮਨ ਦੇ ਵਿੱਚ ਗਿਆਨ ਹੈ ਉਹ ਪ੍ਰਗਟ ਹੋ ਜਾਂਦਾ ਹੈ। ਸਿਮਰਨ ਸ਼ਬਦ ਬਾਣੀ ਵਿੱਚ ਬਾਰ-ਬਾਰ ਆਉਂਦਾ ਹੈ। ਅਸੀਂ ਕਿਸ ਚੀਜ਼ ਨੂੰ ਸਿਮਰ ਰਹੇ ਹਾਂ? ਸਾਨੂੰ ਕਦੇ ਰੱਬ ਦਿਖਿਆ ਤਾਂ ਨਹੀਂ ਹੈ, ਤਾਂ ਅਸੀਂ ਯਾਦ ਕਿਸ ਨੂੰ ਕਰ ਰਹੇ ਹਾਂ? ਸਾਡੇ ਮੂਲ ਦੇ ਵਿੱਚ, ਮਨ ਦੇ ਮੂਲ ਦੇ ਵਿੱਚ ਗਿਆਨ ਹੈ ਕਿ ਇਸ ਸ੍ਰਿਸ਼ਟੀ ਦੀ ਹੋਂਦ ਦੇ ਪਿੱਛੇ ਕੀ ਛਿਪਿਆ ਹੈ। ਉਹਦੇ ਤੇ ਕਈ ਜਨਮਾਂ ਦੀਆਂ ਲੇਅਰਸ ਪਈਆਂ ਹਨ ਜਿਹਦੇ ਨਾਲ ਉਹ ਛਿਪ ਗਿਆ ਹੈ। ਤਾਂ ਅਸੀਂ ਉਹਨੂੰ ਯਾਦ ਕਰਨ ਦਾ ਯਤਨ ਕਰਦੇ ਹਾਂ, ਸਿਮਰਨ ਦਾ ਯਤਨ ਕਰਦੇ ਹਾਂ। We know but we have forgotten. ਗੁਰੂ ਅਮਰਦਾਸ ਮਹਾਰਾਜ ਯਾਦ ਕਰਾ ਰਹੇ ਹਨ ਸਾਨੂੰ
ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ। ਮੈਂ ਇਸ ਜੀਵਨ ਦੇ ਵਿੱਚ ਅੰਮ੍ਰਿਤ ਖੋਜ ਰਿਹਾ ਹਾਂ, ਆਨੰਦ ਖੋਜ ਰਿਹਾ ਹਾਂ, ਸਦਾ ਆਨੰਦ ਖੋਜ ਰਿਹਾ ਹਾਂ, ਔਰ ਉਸ ਨੂੰ ਖੋਜਣ ਵਿੱਚ ਹੀ ਉਲਝ ਗਿਆ ਹਾਂ। ਜੋ ਮੈਨੂੰ ਦਿਖ ਰਿਹਾ ਹੈ ਉਸ ਦੇ ਵਿੱਚ ਹੀ ਉਲਝ ਕੇ ਰਹਿ ਗਿਆ ਹਾਂ। ਤਾਂ ਇਹ ਮਾਇਆ ਬਣ ਗਈ ਹੈ ਮੇਰੀ, ਇਹ ਇਲੂਜ਼ਨ ਨੇ ਮੈਨੂੰ ਫਸਾ ਦਿੱਤਾ ਹੈ। ਜੋ ਮੇਰੇ ਸਾਹਮਣੇ ਹੈ, ਜੋ ਮੇਰੇ ਫਿਜ਼ੀਕਲ ਐਕਸਪੀਰੀਅੰਸ ਵਿੱਚ ਹੈ, ਉਸ ਨੇ ਮੈਨੂੰ ਇਸ ਅੰਮ੍ਰਿਤ ਤੋਂ ਤੋੜ ਦਿੱਤਾ ਹੈ। ਬਾਣੀ ਕੀ ਕਹਿੰਦੀ ਹੈ ਅੰਮ੍ਰਿਤ ਬਾਰੇ? ਮਹਾਰਾਜ ਕਹਿੰਦੇ ਹਨ, ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਗੁਰਮਤੀ ਮਨ ਵਸਾਵਣੀਆ। ਸਦਾ ਸੁਖ ਦਾਤਾ, ਹੈਪੀਨੈਸ ਫੋਰਐਵਰ। ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਸਤਿਗੁਰ ਸੇਵੀਏ ਹਿਰਦੇ ਸਮਾਣੀ। ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਪੀ ਅੰਮ੍ਰਿਤ ਸਭ ਭੂਖ ਲਹਿ ਜਾਵਣੀਆਂ। ਸਾਰੀਆਂ ਭੁੱਖਾਂ ਲੈ ਜਾਂਦੀਆਂ ਹਨ, ਕਿਉਂਕਿ ਇਹ ਭੁੱਖ ਮੇਰੇ ਕੋਰ ਦੇ ਵਿੱਚ ਹੈ। ਇਸ ਅੰਮ੍ਰਿਤ ਦੀ ਭੁੱਖ ਮੇਰੇ ਮਨ ਨੂੰ ਬੇਚੈਨ ਰੱਖਦੀ ਹੈ। ਮੈਂ ਇਸ ਨੂੰ ਭੁੱਲ ਗਿਆ ਹਾਂ। ਇਹੀ ਮੇਰਾ ਟੌਰਚਰ ਹੈ। ਇਹਦਾ ਦਰਵਾਜ਼ਾ ਬੰਦ ਹੈ ਔਰ ਮੈਂ ਉਸ ਨੂੰ ਖੋਲ੍ਹਣਾ ਚਾਹੁੰਦਾ ਹਾਂ ਕਿਸੇ ਵੀ ਤਰ੍ਹਾਂ। ਮਨ ਮਾਨੀਏ ਅੰਮ੍ਰਿਤ ਰਸ ਪੀਜੇ, ਅੰਮ੍ਰਿਤ ਧਾਰ ਗਗਨ 10 ਦੁਆਰ। ਇੱਕ 10ਵੇਂ ਦੁਆਰ ਦੀ ਗੱਲ ਬਾਰ-ਬਾਰ ਗੁਰੂ ਨੇ ਚਲਾਈ ਹੈ। ਉਸ ਦਾ ਰਿਲੇਸ਼ਨਸ਼ਿਪ ਇਸ ਅੰਮ੍ਰਿਤ ਵਿੱਚ ਹੈ। ਇਸ 10ਵੇਂ ਦੁਆਰ ਦਾ ਸਥਾਨ ਕੀ ਹੈ, ਕਿੱਥੇ ਵਸਦਾ ਹੈ, ਮੈਨੂੰ ਲੱਗਦਾ ਹੈ ਇਹਨੂੰ ਵਿਚਾਰਨਾ ਇੰਨਾ ਰੈਲੇਵੈਂਟ ਨਹੀਂ ਹੈ। ਪਰ ਇਸ ਨੂੰ ਸ਼ਬਦ ਨਾਲ, ਗੁਰੂ ਦੀ ਕਿਰਪਾ ਨਾਲ ਇਹ ਦੁਆਰ ਖੁੱਲ੍ਹਦਾ ਹੈ, ਇਹ ਜਾਣਨਾ ਜ਼ਰੂਰੀ ਹੈ ਔਰ ਇਹਦਾ ਭਰੋਸਾ ਵੀ ਜ਼ਰੂਰੀ ਹੈ। ਮੈਂ ਇਹ ਭਰੋਸਾ ਨਹੀਂ ਕਰਦਾ ਕਿ ਮੈਂ ਇਸ ਦੁਆਰ ਨੂੰ ਖੋਲ੍ਹ ਲਵਾਂਗਾ ਤਾਂ ਮੇਰਾ ਜੀਵਨ ਬੇਅਰਥ ਜਾ ਰਿਹਾ ਹੈ। Half-hearted life will not give complete results. That is one tragedy. Part progress may be washed with time unless the seeds are sown deep in my mind. ਸਿੱਖੀ ਦੀ ਕਮਾਈ ਅਗਰ ਮਨ ਦੀ ਗਹਿਰਾਈ ਦੀ ਤੱਤ ਵਿੱਚ ਬੈਠੀ ਹੈ ਔਰ ਪ੍ਰੇਮ ਦੀ ਹਜ਼ੂਰੀ ਵਿੱਚ ਉਹਦੇ 'ਚ ਪਾਣੀ ਦੀ ਵਰਖਾ ਹੈ, ਫਿਰ ਇਹ ਰਸਤਾ ਆਪਣਾ ਲੱਭ ਲਏਗੀ। ਇਹ ਅਰਦਾਸ ਮੈਨੂੰ ਨਿਤ ਕਰਨੀ ਹੈ ਕਿ ਇਸ ਜਨਮ ਇਸ ਦੁਆਰ ਦਾ ਗਿਆਨ ਹੋ ਜਾਏ, ਗੁਰੂ ਨੂੰ ਜਾਣਨਾ ਹੈ। ਇੱਕ ਰੀਤ ਚਲਾਣੀ ਹੈ, ਚਾਹੇ ਆਪਸ ਵਿੱਚ ਮਿਲ ਕੇ ਚਲਾਈਏ। ਸੰਗਤ ਤਾਂ ਇਹੀ ਹੈ, ਉਹਦੇ ਵਿੱਚ ਗੁਰੂ ਹਾਜ਼ਰ ਹੈ। ਪਰ ਗੁਰੂ ਅਮਰਦਾਸ ਮਨ ਦੇ ਤੱਤ ਦਾ ਗਿਆਨ ਦੇ ਰਹੇ ਹਨ ਸਾਨੂੰ। ਅੰਮ੍ਰਿਤ ਨਾਮ ਮਹਾਰਸ ਪੀਨੇ, ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ। ਅੰਮ੍ਰਿਤ ਨਾਮ ਮਹਾਰਸ ਪੀਨੇ, ਇੱਕ ਮਹਾਰਸ ਹੈ ਮੇਰੇ ਮਨ ਦੇ ਅੰਦਰ, ਇੱਕ ਮਹਾਰਸ ਵਸਦਾ ਹੈ। ਉਹ ਥਿਰਤਾ ਵਿੱਚ ਮਿਲਦਾ ਹੈ,
थिर कर बैसो हर जन प्यारे, सतगुर तुमरे काज सवारे। एक इस कारज दे सवरण नाल सब कुछ सवर जाता है, जीवन तो आज़ाद हो जाता है इंसान और सरबत के भले विच विचरण लग पैंदा है। गुरसिੱਖੀ ਅੰਮ੍ਰਿਤ ਬੀਜਿਆ ਤਿਨ ਅੰਮ੍ਰਿਤ ਫਲ ਹਰ ਪਾਏ। ਇਹ ਬੀਜ ਅਸੀਂ ਬੀਜਣਾ ਹੈ, गुरु ने फल पाना है। आपने मैंने यदि कमाई विच एनर्जी लगानी है। गुर मंत्र दृढ़ाया हर रसक रसाए, हर अमृत हर मुख चोए जियो। हर अमृत रस पाया मुआ जीवाया, फिर बाहड़ मरण ना हुई। इत्थे मौत भी खत्म है। इस सारी कायनात का कारण और कायनात दे पार दी दृष्टि विच एक रेस्ट है जिहड़ी आनंद दे विच व्यापक है। गुरु कहंदा है मूए नूं जिवाया है। मुर्दा है इंसान, अमृत नाल वो जी गया है और फिर मरण ना हुई, फिर उन्होंने कोई मार नहीं सकता। और यदि ना पाए बिना, यदि कमाई ना कीते बिना मैं सिर्फ आवागान विच ही रवांगा, आवागमन विच ही रवांगा। कर कर करना लिख ले जाओ, आपे बीज आपे ही खाओ, नानक हुक्मी आवो जाओ। फिर मैं करन दे विच ही रवांगा। चंगा होया माड़ा होया, झूठा होया सच्चा होया, ਇਹ सब मूवमेंट ਦੇ ਵਿੱਚ ਹੀ ਹਨ। फिर मिलना कित्थे है इस अमृत ने महाराज। मैं एक बड़े प्रचलित कथावाचक दी गल उस दिन सुनदा सी और बार बार यह कहा जा रहा है बाणी मंत्र नहीं है। इस चीज़ का मैं पुरजोर हथ जोड़ के विरोध करता हाँ कि गलत प्रचार ना करिए। पहले ही बड़े धोखे विच हाँ। महाराज कहते हैं सच मंत्र तुम्हारा अमृत बाणी, शीतल पुरख दृष्ट सजानी। सच हुक्म तुम्हारा तख्त निवासी, आए न जाए मेरा प्रभ अविनाशी। सच मंत्र तुम्हारा अमृत बाणी। इस बाणी अमृत का रूप है, शब्द अमृत है और शब्द के जरिए 10वें द्वार की गल भी चलती है। अमृत नाम परमेश्वर तेरा, जो सिमरे सो जीवे। असी उस नाम दी और उस अमृत दी पाल विच ही जी रहे हाँ, उन्होंने बाहर लभ रहे हाँ। पर अमृत बाणी है, गुरु तो मिलनी है। हर हर नाम जप अमृत बाणी। नौनिध अमृत प्रभ का नाम,
ਇਸ ਅੰਮ੍ਰਿਤ ਦੀ ਗੱਲ ਵਿੱਚ ਹੀ ਅਸੀਂ ਜੀਵਨ ਨੂੰ ਜਾਣਨ ਦਾ ਯਤਨ ਕਰ ਰਹੇ ਹਾਂ, ਪਰ ਥੋੜੇ ਕਨਫਿਊਜ਼ ਹੋ ਗਏ ਹਾਂ, ਕਿਉਂਕਿ ਇਨਰ ਐਕਸਪੀਰੀਅੰਸ ਸਾਨੂੰ ਇਹਦੇ ਬਾਰੇ ਨਹੀਂ ਹੈ। ਇਹ ਵਸਦਾ ਕਿੱਥੇ ਹੈ ਅੰਮ੍ਰਿਤ? ਇਹ ਗਿਆਨ ਸਾਨੂੰ ਨਹੀਂ ਹੈ, ਇਸ ਕਰਕੇ ਬਾਹਰ ਲੱਭਦੇ ਹਾਂ, ਔਰ ਬਾਹਰ ਸਾਨੂੰ ਝਲਕ ਪੈਂਦੀ ਹੈ, ਅਸੀਂ ਉਸ ਝਲਕ ਦੇ ਜ਼ਰੀਏ ਉਹਦੇ ਨਾਲ ਟਰੈਪ ਹੋ ਜਾਂਦੇ ਹਾਂ। ਮਹਾਰਾਜ ਕਹਿੰਦੇ ਹਨ ਕਿ ਇਹ ਘਟ ਦੇ ਅੰਦਰ ਵਸਦਾ ਹੈ, ਇਹ ਬਾਹਰ ਨਹੀਂ ਵਸ ਰਿਹਾ ਹੈ। ਅੰਮ੍ਰਿਤ ਜਿਹੜਾ ਹੈ ਉਹ ਮੇਰੇ ਸਰੀਰ ਦੇ ਨਾਲ ਹੈ, ਉਹ ਬਾਹਰ ਨਹੀਂ ਹੈ। ਔਰ ਗੁਰੂ ਨੇ ਉਹਦਾ ਗਿਆਨ ਸਾਨੂੰ ਬਾਰ-ਬਾਰ ਦੇਣ ਦਾ ਯਤਨ ਕੀਤਾ ਹੈ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜਿਉ। ਛੋਡੋ ਵੇਸ ਭੇਕ ਚਤੁਰਾਈ, ਦੁਬਿਧਾ ਐ ਫਲ ਨਾਹੀ ਜਿਉ। ਮਨ ਰੇ ਥਿਰ ਰਹਿ, ਮਤ ਕਤ ਜਾਹੀ ਜਿਉ। ਬਾਹਰ ਢੂੰਡਤ ਬਹੁਤ ਦੁਖ ਪਾਵੇ, ਘਰ ਅੰਮ੍ਰਿਤ ਘਟ ਮਾਹੀ ਜਿਉ। एक पुरानी सूफी कथा है। एक जन नूं सुपना आया कि दूर किधरे जंगल विच सोना गढ़िया है। तां वो सवेरे उठ के उस जगह ते गया और खोदन लगा। खोददे होए ਉਹਨੂੰ ਇੱਕ ਸੂਫੀ ਮਿਲਿਆ, ਜਿਹਨੇ ਉਹਨੂੰ ਦੇਖ ਕੇ ਮੁਸਕਰਾਇਆ, ਔਰ ਪੁੱਛਣ ਤੇ ਫਿਰ ਸੂਫੀ ਨੇ ਦੱਸਿਆ ਕਿ ਜਿਸ ਸੋਨੇ ਨੂੰ ਤੂੰ ਲੱਭਦਾ ਹੈ ਉਹ ਤੇਰੇ ਮੰਜੇ ਦੇ ਥੱਲੇ ਦੱਬਿਆ ਹੈ। ਜਿਸ ਅੰਮ੍ਰਿਤ ਨੂੰ ਮੈਂ ਲੱਭਦਾ ਹਾਂ ਉਹ ਮੇਰੇ ਮਨ ਦੇ ਅੰਦਰ ਹੀ ਹੈ, ਆਪ ਦੇ ਮੰਦਿਰ ਅੰਦਰ ਹੈ। ਉਸ ਦਾ ਦਰਵਾਜ਼ਾ ਗੁਰੂ ਨੇ ਸਾਡੇ ਨਾਲ ਖੋਲ੍ਹਣਾ ਹੈ, ਗੁਰੂ ਨੇ ਉਸ ਨੂੰ ਖੋਲ੍ਹਣਾ ਹੈ। ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਦੁੱਖ ਹੀ ਮਿਲੇਗਾ ਬਾਹਰ। ਘਰ ਅੰਮ੍ਰਿਤ ਘਟ ਮਾਹੀ ਜਿਉ। ਇਹ ਅੰਮ੍ਰਿਤ ਮਨ ਦੇ ਅੰਦਰ ਹੀ ਹੈ। ਇਹੀ ਤਾਂ ਸਾਰੇ ਜਨਮ ਮੈਨੂੰ ਸਮਝ ਨਹੀਂ ਆ ਰਹੀ। ਕਈ ਜਨਮ ਮੈਂ ਜੀ ਰਿਹਾ ਹਾਂ ਔਰ ਕਈ ਜਨਮ ਮੈਂ ਇਸ ਯਤਨ ਵਿੱਚ ਹੀ ਲੱਗਿਆ ਹਾਂ ਕਿ ਮੈਨੂੰ ਇਹ ਅੰਮ੍ਰਿਤ ਮਿਲ ਜਾਏ, ਔਰ ਮੈਂ ਕਈ ਜਨਮ ਇਹ ਬਾਹਰ ਹੀ ਲੱਭਦਾ ਰਹਿੰਦਾ ਹਾਂ। बहुत जन्म बिछड़े थे माधो, ए जन्म तुम्हारे लेखे। ਅੰਮ੍ਰਿਤ ਜਿਹੜਾ ਮੇਰੇ ਨਾਲ ਹੈ ਮਹਾਰਾਜ, ਸਾਨੂੰ ਉਸ ਦੀ ਗੱਲ ਚਲਾਣੀ ਹੈ ਔਰ ਉਸ ਦੇ ਚਲਦੇ ਹੀ ਸਭ ਬਦਲੀ ਹੋਏਗਾ। ਮੈਂ ਵੀ ਬਦਲਾਂਗਾ, पंथ भी बदलेगा, दुनिया शहर देश सब बदलेगा। ਇਹਦਾ ਗਿਆਨ ਕਿ ਅੰਮ੍ਰਿਤ ਮੇਰੇ ਅੰਦਰ ਵਸਦਾ ਹੈ, ਉਸ ਨੂੰ ਮੈਂ ਖੋਲ੍ਹਣਾ ਹੈ, ਇਹਦਾ ਭਰੋਸਾ ਮੈਨੂੰ ਨਹੀਂ ਹੈ। Then I distract myself with whatever is happening outside. और की पता है कि यह सफ़र कितना लंबा है, ਇਹਦਾ ਗਿਆਨ ਕਿਸੇ ਨੂੰ ਨਹੀਂ ਹੈ।
ਜਪਜੀ ਸਾਹਿਬ ਦੀ 38ਵੀਂ ਪੌੜੀ ਵਿੱਚ ਗੁਰੂ ਨਾਨਕ ਸਾਹਿਬ ਨੇ ਇੱਕ ਸੁਨਿਆਰੇ ਦੀ ਗੱਲ ਕੀਤੀ ਹੈ ਜੋ ਸੋਨਾ ਕਰਦਾ ਹੈ, ਸੋਨੇ ਤੋਂ ਕੁਝ ਬਣਾਉਂਦਾ ਹੈ। ਇੱਕ ਸਿਮਲੀ ਹੈ। ਦੁਨੀਆ ਦੀ ਵੈਲਥ ਕੀ ਹੈ, ਉਸ ਦੇ ਗਿਆਨ ਬਾਰੇ ਚਰਚਾ ਛੇੜੀ ਹੈ ਔਰ ਉਹ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ ਹੈ ਕਿ ਉਹ ਹੈ ਕਿੱਥੇ। ਜਤ ਪਹਾਰਾ, ਜਿਵੇਂ ਕੋਈ ਦੁਕਾਨ ਹੋਏ ਸੁਨਿਆਰੇ ਦੀ, ਉਹਦਾ ਯਤਨ ਹੈ, ਉਹ ਦੁਕਾਨ ਖੋਲ੍ਹਦਾ ਹੈ, ਧੀਰਜ ਰੱਖਦਾ ਹੈ, ਉਹ ਸੁਨਿਆਰ ਹੈ। ਜਿਹੜੇ ਮਨ ਦਾ ਠਹਿਰਾਓ ਹੈ, ਅਗਰ ਉਹ ਆ ਜਾਂਦਾ ਹੈ ਮੇਰੇ ਕੋਲ ਤਾਂ ਸੁਨਿਆਰ ਦਾ ਜਨਮ ਹੋ ਗਿਆ। ਉਸ ਨੂੰ ਘੜਨ ਵਾਲਾ, ਸੋਨੇ ਨੂੰ ਘੜਨ ਵਾਲਾ ਜੰਮ ਪਿਆ। ਫਿਰ ਉਸ ਨੂੰ ਅਹਿਰਣ ਮਤ ਚਾਹੀਦੀ ਹੈ, ਐਨਵਿਲ ਚਾਹੀਦਾ ਹੈ, ਸਟੇਬਲ ਮਾਈਂਡ ਚਾਹੀਦਾ ਹੈ। ਅਹਿਰਣ ਮਤ, ਵੇਦ ਹਥਿਆਰ, ਸ਼ਬਦ ਚਾਹੀਦਾ ਹੈ। ਸ਼ਬਦ ਦੀ ਹਜ਼ੂਰੀ ਚਾਹੀਦੀ ਹੈ ਜਿਹੜੀ ਚੋਟ ਮਾਰ ਕੇ ਇਸ ਮਨ ਨੂੰ ਘੜੇਗੀ। ਇਸ ਮਨ ਦੀ ਤਹਿ ਦੇ ਵਿੱਚ ਕੀ ਛਿਪਿਆ ਹੈ ਉਹਦੇ ਵੱਲ ਚੱਲੇਗੀ। ਝੂਠ ਨੂੰ ਛਾਂਟ ਦੇਗੀ ਮਹਾਰਾਜ। ਹੀਰੇ ਨੂੰ ਜਿਵੇਂ ਕਰਦਾ ਹੈ ਕੋਈ। ਭਉ ਖਲਾ, ਇਹ ਜੀਵਨ ਹੱਥੋਂ ਨਿਕਲ ਰਿਹਾ ਹੈ, ਇਹ ਮੇਰਾ ਡਰ ਹੈ। ਉਹ ਇੱਕ ਸਟਿਮੂਲੈਂਟ ਹੈ। ਉਹ ਡਰ ਪ੍ਰੇਮ ਬਣੇਗਾ। ਉਹ ਮੇਰੀ ਤਪਸ਼ ਹੈ। ਉਹ ਡਰ ਮੈਨੂੰ ਐਨਰਜਾਈਜ਼ ਕਰਦਾ ਹੈ, ਮੇਰੇ ਮੋਮੈਂਟਮ ਨੂੰ ਕ੍ਰੀਏਟ ਕਰਦਾ ਹੈ। ਭਉ ਖਲਾ ਅਗਨ ਤਪਤਾਓ, ਉਹਦੇ ਵਿੱਚ ਤਪਸ ਹੁੰਦੀ ਹੈ ਜਿਹਦੇ ਨਾਲ ਇਹ ਸੋਨਾ ਸਾਫ਼ ਹੋ ਰਿਹਾ ਹੈ। ਭਾਂਡਾ ਪਾਓ ਔਰ ਪ੍ਰੇਮ ਦਾ ਭਾਂਡਾ ਬਣਦਾ ਹੈ। ਜੀਵਨ ਤਾਂ ਪ੍ਰੇਮ ਹੈ। ਅੰਮ੍ਰਿਤ ਤਿਤ ਢਾਲ, ਔਰ ਉਹਦੇ ਵਿੱਚ ਅੰਮ੍ਰਿਤ ਢਾਲਿਆ ਜਾਂਦਾ ਹੈ ਮਹਾਰਾਜ। ਅੰਮ੍ਰਿਤ, ਜਿਸ ਅੰਮ੍ਰਿਤ ਦੇ ਕਾਰਨ ਅਸੀਂ ਜਨਮ ਲਿਆ ਹੈ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਜਲ ਕਿਉਂ ਕਿਹਾ ਹੈ ਮਹਾਰਾਜ? ਸ਼ੀਤਲ ਹੈ ਜਲ। ਮੇਰੀ ਭੁੱਖ ਨੂੰ ਮਿਟਾਉਂਦਾ ਹੈ, ਮੈਨੂੰ ਤ੍ਰਿਪਤ ਕਰਦਾ ਹੈ। ਮਹਾਰਾਜ ਕਹਿੰਦੇ ਨੇ ਘੜੀਏ ਸ਼ਬਦ ਸੱਚੀ ਟਕਸਾਲ। ਇਹ ਸੱਚੀ ਟਕਸਾਲ ਹੈ, ਦੁਕਾਨ ਹੈ ਜਿੱਥੇ ਮਨ ਘੜਿਆ ਜਾਏਗਾ ਸ਼ਬਦ ਨਾਲ। ਜਿਨ ਕੋ ਨਦਰ ਕਰਮ ਤਿਨਕਾਰ। ਆਪ ਮੇਰੀ ਇੱਕ ਬੇਨਤੀ ਪ੍ਰਵਾਨ ਕਰਨਾ। ਆਪ ਨਦਰ ਵਾਲੇ ਹੋ, ਆਪ ਇਸ ਨੂੰ ਕਮਾ ਸਕਦੇ ਹੋ। ਇਹ ਸੰਕਲਪ ਆਪ ਔਰ ਮੈਨੇ ਸਾਂਝਾ ਹੋ ਕੇ ਕਰਨਾ ਹੈ। ਇਸ ਅੰਮ੍ਰਿਤ ਨੂੰ ਕਮਾਣਾ ਹੈ। ਇੱਕ ਗੰਢ ਬੰਦ ਲਈਏ ਜੀਵਨ ਦੇ ਵਿੱਚ। ਬਾਕੀ ਜੋ ਵੀ ਕਰਨਾ ਹੈ ਉਹ ਇੱਕ ਪਾਸੇ ਹੈ। ਇਸ ਅੰਮ੍ਰਿਤ ਨੂੰ ਜਾਣਨਾ ਹੈ। ਇਹ ਮੇਰੀ ਮੂਲ ਅਰਦਾਸ ਜੀਵਨ ਦੀ ਹੋਏ ਔਰ ਇਸ ਨੂੰ ਮੰਨਣਾ ਕਿ ਗੁਰੂ ਵੀ ਲੱਭ ਰਿਹਾ ਹੈ। ਮੈਂ ਇੱਕ ਇਹੋ ਜਿਹੇ ਜਨ ਦੇ ਨਾਲ ਰਿਹਾ ਹਾਂ ਜਿਸ ਨੇ ਮੈਨੂੰ ਇਹ ਸ਼ੇਅਰ ਕੀਤਾ ਹੈ ਕਿ ਗੁਰੂ ਸਰੀਰ ਵਿੱਚ ਵੀ ਆ ਜਾਂਦਾ ਹੈ। ਮੈਨੂੰ ਇਸ ਗੱਲ ਨੂੰ ਦੱਸਣ ਵਿੱਚ ਦੋਸ਼ ਨਾ ਲੱਗੇ, ਪਰ ਮਹਾਰਾਜ ਦੀ ਗੱਲ ਭਰੋਸੇ ਨਾਲ ਅਸੀਂ ਜਾਣ ਲਈਏ।
ਜਿਹੜੀ એનર્ਜੀ ਲਾਈਵ ਹੈ, ਜਾਗਤ ਜੋਤ, ਅਸੀਂ ਉਹਨੂੰ ਡੋਰਮੈਂਟ ਨਾ ਜਾਣੀਏ, ਗੁਰੂ ਨੂੰ ਹਿਸਟਰੀ ਨਾ ਜਾਣੀਏ, ਗੁਰੂ ਨੂੰ ਹੈਪਨਿੰਗ ਜਾਣੀਏ। ਗੁਰੂ ਹੈ, ਇਹ ਭਰੋਸਾ ਮੇਰੇ ਵਿੱਚ ਪੂਰਾ ਨਹੀਂ ਹੈ। घड़िए शब्द सच्ची टकसाल, जिनको नदर करम तिनकार। नानक नदरी नदर निहाल, जिन्हां च नदर हुंदी है ਉਹ ਨਿਹਾਲ ਹੋ ਜਾਂਦੇ ਹਨ, ਜੀਵਨ ਦੇ ਗਿਆਤਾ ਹੋ ਜਾਂਦੇ ਹਨ, ਸੰਤ ਹੋ ਜਾਂਦੇ ਹਨ, ਸਰਬਤ ਦੇ ਭਲੇ ਵਿੱਚ ਸਮਾ ਜਾਂਦੇ ਹਨ। ਉਹਨਾਂ ਦਾ ਕਾਰਜ ਫਿਰ ਮਿਲਣਾ ਔਰ ਮਿਲ ਕੇ ਰਹਿਣਾ ਹੈ, ਔਰ ਉਹ ਸਦਾ ਹਾਜ਼ਰ ਹਨ, ਫਿਰ ਕਿਧਰ ਨਹੀਂ ਗਏ ਹਨ। ਉਹਨਾਂ ਦੀ ਆਈਡੈਂਟੀਟੀ ਡਿਸਟਰੋਏ ਨਹੀਂ ਹੁੰਦੀ ਹੈ, ਬਾਕੀਆਂ ਦੀ ਸਭ ਦੀ ਹੋ ਜਾਂਦੀ ਹੈ। ਇਹ ਜਰਨੀ ਹੀ ਇਹੋ ਜਿਹੀ ਹੈ। ਬਹੁਤ ਸ਼ੋਰ ਹੈ ਦੁਨੀਆ ਵਿੱਚ, ਉਸ ਸ਼ੋਰ ਵਿੱਚ ਮਨ ਦਾ ਸੱਤ ਛਿਪ ਜਾਂਦਾ ਹੈ, ਦਬ ਜਾਂਦਾ ਹੈ, ਗਵਾਚ ਜਾਂਦਾ ਹੈ, ਭੁੱਲ ਜਾਂਦਾ ਹੈ ਇਨਸਾਨ ਮੈਂ ਕਰਨ ਕੀ ਆਇਆ ਸੀ। ਫਿਰ ਤੜਫਨ ਘਟ ਜਾਂਦੀ ਹੈ ਜਦੋਂ ਦੁੱਖ ਉੱਥੋਂ ਆਰੰਭ ਹੁੰਦਾ ਹੈ। ਅਗਰ ਮਨ ਵਿੱਚ ਤੜਫਨ ਹੈ, ਪੁਕਾਰ ਹੈ, ਭੁੱਖ ਹੈ, ਤਾਂ ਪਾਓ ਖਲਾ ਅਗਨ ਤਪਤਾਓ, ਤਾਂ ਤਪ ਹੋ ਰਿਹਾ ਹੈ। ਕੁਛ ਵੀ ਮੈਂ ਕਰਦਾ ਹੋਵਾਂ, ਕੁਛ ਵੀ ਮੈਂ ਜੀ ਰਿਹਾ ਹੋਵਾਂ, ਇਹ ਸਾਡੇ ਸਾਰਿਆਂ ਦਾ ਇੱਕ ਅਨਫੋਰਚੂਨੇਟ ਸਿਚੁਏਸ਼ਨ ਹੈ ਕਿ ਅਸੀਂ ਦੁਨੀਆ ਦੇ ਸਟਰਕਚਰਲ ਧਰਮ ਨੂੰ ਵੀ ਇੱਕ ਵਿਘਨ ਬਣਾ ਲਿਆ ਹੈ। ਨਹੀਂ ਤਾਂ ਗੁਰੂ ਨਾਨਕ ਸਾਹਿਬ ਨੇ ਆਂਦਿਆਂ ਹੀ ਕਿਹਾ ਸੀ, ਨਾ ਕੋ ਹਿੰਦੂ ਨਾ ਕੋ ਮੁਸਲਮਾਨ। ਇਹ ਤਾਂ ਗੱਲ ਸਾਰੀ ਅੰਮ੍ਰਿਤ ਦੀ ਹੈ ਮਹਾਰਾਜ। ਅਮਲ ਕਰਕੇ ਅੰਮ੍ਰਿਤ ਵੱਲ ਚੱਲੀਏ, ਇਹਨੂੰ ਕਮਾਈਏ, ਤਾਂ ਦੁਨੀਆ ਦਾ ਪੂਰਾ ਸਟਰਕਚਰ ਬਦਲੀ ਹੋ ਜਾਏਗਾ। ਨਾ ਤਾਂ ਆਪ ਕਮਾ ਰਿਹਾ ਹਾਂ ਮੈਂ, ਨਾ ਮੈਂ ਕਿਸੇ ਹੋਰ ਨੂੰ ਪ੍ਰੇਰ ਸਕਦਾ ਹਾਂ। ਫਿਰ ਉਹ ਪ੍ਰੇਰਨਾ ਵੀ ਅਧੂਰੀ ਹੈ। अवर को उपदेशे आप न करे, आवत जावत जन्मे मरे। प्रेम और अमृत दी कहानी है धर्म। किहड़े चक्रां विच असीं पै गए। ऐसे करके ਅਸੀਂ ਵੰਡ ਕੇ ਵੀ ਨਹੀਂ ਛਕਦੇ। ਫਿਰ ਡਿਸਕਨੈਕਟ ਹੋ ਜਾਂਦਾ ਹੈ। ਇੱਕ ਆਨੰਦ ਹੈ ਜੀਵਨ, ਉਹਦਾ ਦਰਵਾਜ਼ਾ ਗੁਰੂ ਨਾਲ ਮਿਲ ਕੇ ਖੁੱਲਦਾ ਹੈ। ਗੁਰੂ ਦੇ ਕੀ ਦਰਸ਼ਨ ਹਨ। ਰਹਿਤਨਾਮੇ ਵਿੱਚ ਗੁਰੂ ਦੇ 3 ਦਰਸ਼ਨ ਦੱਸੇ ਹਨ ਭਾਈ ਨੰਦ ਲਾਲ ਨੇ। ਭਾਈ ਨੰਦ ਲਾਲ ਜੀ ਨੇ ਨਿਰੰਕਾਰ, ਜਿਸ ਨੂੰ ਅਸੀਂ ਗੋਡ ਕਹੀਏ, ਅੱਲਾ ਕਹੀਏ, ਰੱਬ ਕਹੀਏ, ਉਹ ਪਰਮ ਗੁਰੂ ਹੈ। ਹਰ ਜਗ੍ਹਾ ਵਿਆਪਕ ਹੈ। ਗੁਰੂ ਗ੍ਰੰਥ ਸਾਹਿਬ ਔਰ ਸਿੱਖਾਂ ਲਈ ਵੀ 10ਵੇਂ ਗੁਰੂ ਸਾਹਿਬਾਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ
ਗੁਰੂ ਦੇ ਦਰਸ਼ਨ ਹਨ। ਔਰ ਗੁਰੂ ਨੇ ਆਪਣੇ ਆਪ ਨੂੰ ਆਪਣੇ ਖਾਲਸੇ ਦੇ ਵਿੱਚ ਪਿਰੋਇਆ ਹੈ, ਪਾਇਆ ਹੈ। ਖਾਲਸਾ मेरो रूप है खास, ਖਾਲਸੇ में हूं करो निवास। ਅੱਜ ਮੈਂ ਸੁਣ ਰਿਹਾ ਸੀ, ਬੇਦਾਵਾ ਲਿਖਿਆ ਗਿਆ, 4 ਸਿੱਖਾਂ ਨੇ ਦਸਖਤ ਕਰਕੇ ਕਹਿ ਦਿੱਤਾ ਕਿ ਮਹਾਰਾਜ ਸਾਡੇ ਗੁਰੂ ਨਹੀਂ, ਅਸੀਂ ਉਹਨਾਂ ਦੇ ਸਿੱਖ ਨਹੀਂ। ਬਹੁਤ ਜ਼ਿਆਦਾ ਗੁਰੂ ਦੇ ਹਜ਼ੂਰੀ ਤੋਂ ਵਿਮੁਖ ਹੋ ਕੇ ਅਸੀਂ ਜੀਵਨ ਬਹੁਤ ਜ਼ਿਆਦਾ ਜੀ ਲੈਂਦੇ ਹਾਂ। ਕੌਣ ਹੈ ਉਸ ਤੋਂ ਵੀ ਬੇਮੁਖ ਹੋ ਜਾਂਦੇ ਹਾਂ। ਅਰਦਾਸ ਕਰੀਏ ਮਹਾਰਾਜ ਅੱਗੇ, ਵਾਸੀ ਆਨੰਦਪੁਰ, ਪਿਤਾ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ। ਇੱਕ ਸੈਲੀਬ੍ਰੇਸ਼ਨ ਹੈ ਮਹਾਰਾਜ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਉਹਨਾਂ ਤੋਂ ਟੁੱਟ ਜਾਣਾ ਹੀ ਇੱਕ ਟੌਰਚਰ ਹੈ। ਮਹਾਰਾਜ ਕਹਿੰਦੇ ਹਨ ਕਿ ਇਸ ਅੰਮ੍ਰਿਤ ਦੇ ਕਾਰਨ ਅਸੀਂ ਆਏ ਹਾਂ, ਔਰ ਉਸ ਅੰਮ੍ਰਿਤ ਨੂੰ ਮੈਂ ਕਿੱਥੇ ਪਾਵਾਂਗਾ, ਕਿੱਥੇ ਮਿਲੇਗਾ? ਗੁਰੂ ਕਹਿੰਦਾ ਹੈ ਘੱਟ ਹੀ ਮਿਲੇਗਾ। ਮੇਰੇ ਮਨ ਦੇ ਅੰਦਰ ਹੀ ਉਸ ਅੰਮ੍ਰਿਤ ਦਾ ਵਾਸਾ ਹੈ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਜੋ ਸੁਰ ਹਨ, ਜੋ ਦੇਵਤੇ ਪੁਰਸ਼ ਹਨ, ਜਿਨ੍ਹਾਂ ਨੇ ਜੀਵਨ ਦਾ ਸਿਖਰ ਜਾਣ ਲਿਆ, ਜੋ ਨਰ ਹਨ, ਜੋ ਮੁਨੀ ਹਨ, ਜਿਨ੍ਹਾਂ ਨੇ ਮਨ ਨੂੰ ਸ਼ਾਂਤ ਕਰ ਲਿਆ, ਜੋ ਜਨ ਹਨ, ਯਾਨੀ ਕਿ ਅਸੀਂ ਸਾਰੀ ਦੁਨੀਆ ਅੰਮ੍ਰਿਤ ਖੋਜ ਰਹੀ ਹੈ, ਹੈਪੀਨੈਸ ਫੋਰਐਵਰ। ਗੁਰੂ ਕਹਿੰਦਾ ਹੈ ਸੋ ਅੰਮ੍ਰਿਤ ਗੁਰ ਤੇ ਪਾਇਆ। ਉਹ ਅੰਮ੍ਰਿਤ ਗੁਰੂ ਤੋਂ ਮਿਲਦਾ ਹੈ, ਔਰ ਇੱਥੇ ਗੁਰੂ ਦਾ ਭਾਵ ਸ਼ਬਦ ਗੁਰੂ ਹੈ, ਗੁਰੂ ਗ੍ਰੰਥ ਸਾਹਿਬ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਮਨ ਦੇ ਵਿੱਚ ਇੱਕ ਸੱਚਾ ਮਨ ਹੈ ਜਿਹੜਾ ਸਦਾ ਲਈ ਹੈ। ਉਹਦੇ ਵਿੱਚ ਸਹਿਜ ਹੈ, ਆਨੰਦ ਹੈ, ਪ੍ਰੇਮ ਹੈ, ਉਹਦੇ ਵਿੱਚ ਵਿਗਾਸ ਹੈ। ਮਹਾਰਾਜ ਕਹਿੰਦੇ ਹਨ ਉਸ ਕਿਰਪਾ ਨਾਲ, ਉਸ 10ਵੇਂ ਦਵਾਰ ਦੇ ਖੁੱਲ੍ਹਣ ਨਾਲ ਇਹ ਅੰਮ੍ਰਿਤ ਖੁੱਲ੍ਹ ਜਾਂਦਾ ਹੈ। ਭਾਵਨਾ ਨਾਲ ਜੀਵਨ ਜੀਣ ਨਾਲ, ਆਪਣੇ ਸਮੇਂ ਨਾਲ ਵਰਤ ਜਾਏਗਾ। ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰਸਨ ਆਇਆ। ਇਹ ਜਿਤਨੇ ਜੀ ਹਨ, जितना जीवन है, सब उसने उपाया है, निरंकार ने उपाया है, जो अमृत रूप है। और इस नूं थोड़ा विचारीए। आसा दी वार विच गुरु ने सानू समझाया सी कि हौं विच जीवन चलदा है,
ਜਦੋਂ ਹਉਮੈ ਨਾਲ ਅਸੀਂ ਹਉਮੈ ਦੇ ਜੀਵਨ ਵਿੱਚ ਉਤਰਦੇ ਹਾਂ ਤਾਂ ਅੰਮ੍ਰਿਤ ਤੋਂ ਟੁੱਟ ਜਾਂਦੇ ਹਾਂ, ਨਹੀਂ ਤਾਂ ਜੀਵਨ ਨਹੀਂ ਚੱਲੇਗਾ। ਜੀਵਨ ਨੂੰ ਚਲਾਉਣ ਲਈ ਇਹ ਹਉਮੈ ਦੀ ਕਿਸ਼ਤੀ ਵਿੱਚ ਸਵਾਰ ਹੁੰਦੇ ਹਾਂ ਅਸੀਂ। ਇਹ ਸਾਰੀ ਸ੍ਰਿਸ਼ਟੀ ਬਣਤ ਵਿੱਚ ਆ ਜਾਂਦੀ ਹੈ। ਗੁਰੂ ਕਹਿੰਦਾ ਹੈ, ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰਸਨ ਆਇਆ। ਜਦੋਂ ਮੈਂ ਉਸ ਇੱਕ ਨੂੰ ਦੇਖ ਲੈਂਦਾ ਹਾਂ, ਮੈਂ ਦੂਸਰਿਆਂ ਦੇ ਅਰਥ ਵਿੱਚ ਨਹੀਂ ਜਾਂਦਾ। ਮੈਨੂੰ ਲੱਗਦਾ ਹੈ ਇਹਦਾ ਅਰਥ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਮੈਂ ਦੱਸ ਰਿਹਾ ਹਾਂ। ਇੱਕ ਨੂੰ ਵੇਖਦਾ ਹਾਂ ਜਦੋਂ ਮੈਂ, ਤਾਂ ਮੈਂ ਗੁਰੂ ਨੂੰ ਛੂ ਲੈਂਦਾ ਹਾਂ, ਗੁਰੂ ਵਿੱਚ ਸਮਾ ਜਾਂਦਾ ਹਾਂ, ਮੈਂ ਆਜ਼ਾਦ ਹੋ ਜਾਂਦਾ ਹਾਂ। ਗੁਰੂ ਨਾਲ ਮਿਲਣ ਹੋ ਜਾਂਦਾ ਹੈ, ਪ੍ਰੇਮ ਵਿੱਚ ਉਤਰ ਜਾਂਦਾ, ਮਨ ਧੋਤਾ ਜਾਂਦਾ ਹੈ। ਉਹ ਗਿਆਨ ਹੋ ਜਾਂਦਾ ਹੈ ਜਿਹੜਾ ਮੈਨੂੰ ਪਤਾ ਸੀ, ਜੋ ਮੇਰੇ ਨਾਲ ਸੀ, ਉਹ ਰਿਵੀਲ ਹੋ ਜਾਂਦਾ ਹੈ ਮੈਨੂੰ। ਹੁਣ ਮੈਨੂੰ ਭਰੋਸੇ ਦੀ ਲੋੜ ਨਹੀਂ ਹੈ, ਹੁਣ ਮੈਂ ਉਸ ਨੂੰ ਜੀ ਲੈਂਦਾ ਹਾਂ। ਮਹਾਰਾਜ ਕਹਿੰਦੇ ਹਨ, ਲਬ ਲੋਭ ਹੰਕਾਰ। ਲੋਭ ਹੈ ਜਦੋਂ ਮੈਂ ਹਉਮੈ ਵਿੱਚ ਜੀਂਦਾ ਹਾਂ। ਲਬ ਹੈ ਕਿ ਮੈਂ ਦੁਨੀਆ ਚੋਂ ਰਸ ਲੈ ਰਿਹਾ ਹਾਂ। ਉਸ ਰਸ ਨਾਲ ਹੀ ਜੀਵਨ ਚੱਲਦਾ ਹੈ। ਰਸ ਤਾਂ ਜ਼ਰੂਰੀ ਹੈ, ਪਰ ਜਦੋਂ ਅੰਮ੍ਰਿਤ ਰਸ ਆਏਗਾ ਤਾਂ ਉਹ ਰਸ ਮੇਰਾ ਆਧਾਰ ਨਹੀਂ ਰਹੇਗਾ। ਭਾਵੇਂ ਮੈਂ ਉਸ ਰਸ ਨੂੰ ਫਿਰ ਵੀ ਵਿਜ਼ਿਟ ਕਰ ਸਕਦਾ ਹਾਂ ਜਾਂ ਕਰਦਾ ਹਾਂ, ਜੀਵਨ ਤਾਂ ਫਿਰ ਵੀ ਬਾਹਰ ਰੂਪੀ ਚੱਲੇਗਾ। ਪਰ ਅੰਮ੍ਰਿਤ ਰਸ ਮੇਰਾ ਆਧਾਰ ਬਣ ਜਾਏਗਾ। ਉਹ ਸਾਰੇ ਰਸ ਜਾਣ ਤੋਂ ਬਾਅਦ, ਟੁੱਟਣ ਤੋਂ ਬਾਅਦ ਵੀ ਮਨ ਰਸ ਵਿੱਚ ਸਮਾਇਆ ਰਹੇਗਾ, ਕਿਉਂਕਿ ਹੁਣ ਉਸ ਸਾਗਰ ਨਾਲ ਮਿਲਨ ਹੋ ਗਿਆ, ਬੂੰਦ ਦਾ, ਜਿੱਥੇ ਸਭ ਆਨੰਦਿਤ ਹੈ ਮਹਾਰਾਜ। ਅਸੀਂ ਕੀ ਕੁਝ ਕਰ ਰਹੇ ਹਾਂ, ਕੀ ਜੀਵਨ ਬਣਦਾ ਹੈ, ਕੀ ਜੀਵਨ ਬਹਿ ਰਿਹਾ ਹੈ, ਕੀ ਜੀਵਨ ਚੋਂ ਬਣਾ ਲਵਾਂਗੇ। ਵਿਚਾਰਨ ਦੀ ਲੋੜ ਹੈ ਸਾਨੂੰ ਕਿ ਜੀਵਨ ਦੇ ਤੱਤ ਵਿੱਚ ਕੀ ਹੈ ਔਰ ਮੈਂ ਉਸ ਨੂੰ ਕਿਸ ਤਰ੍ਹਾਂ ਪ੍ਰਾਪਤ ਕਰਨਾ ਹੈ। ਗੁਰੂ ਦੇ ਚਰਨ ਚੁੰਮ ਲਵਾਂ, ਚੁੰਮਾਂ ਪੈਰ ਮੂੰਹ। ਸਿੱਖਾਂ ਨੇ ਜਾਣ ਲਿਆ ਤਾਂ ਉਹ ਆਜ਼ਾਦ ਹੋ ਗਏ, ਤਾਂ ਉਹਨਾਂ ਨੂੰ ਗਿਆਨ ਹੋ ਗਿਆ, ਤਾਂ ਹੀ ਉਹ ਸੂਰਮੇ ਬਣ ਪਾਏ ਹਨ। ਇਹ ਉੱਪਰਲੀ ਟ੍ਰੇਨਿੰਗ ਨਹੀਂ ਹੈ ਸਿਰਫ ਕਿ ਬਾਹਰੋਂ ਸੂਰਮਾ ਬਣਾ ਲਿਆ ਹੈ। ਉਹ ਸਰੀਰ ਕਰਕੇ ਹੀ ਆਜ਼ਾਦ ਹਨ, ਪਹਿਲੇ ਹੀ ਸੂਰਮੇ ਹਨ। ਫਿਰ ਬਾਹਰ ਦੀ ਟ੍ਰੇਨਿੰਗ ਰਿਲੇਵੈਂਟ ਹੋ ਸਕਦੀ ਹੈ। ਲਬ ਲੋਭ ਹੰਕਾਰ ਚੂਕਾ। ਹੰਕਾਰ ਹਉਮੈ ਮੇਰੀ ਗ੍ਰਿਪ ਨਹੀਂ ਰਹੀ ਮੇਰੇ ਤੇ, ਫਿਰ ਨਾ ਹੰਕਾਰ ਦੀ ਰਹੀ, ਨਾ ਉਸ ਰਸ ਦੀ ਰਹੀ, ਨਾ ਲੋਭ ਦੀ ਰਹੀ। ਸਤਿਗੁਰ ਭਲਾ ਪਾਇਆ, ਗੁਰੂ ਪਾ ਗਿਆ ਹੈ ਮਹਾਰਾਜ। ਇੱਕ ਨਵਾਂ ਘਰ ਮਿਲ ਗਿਆ ਹੈ ਜੋ ਸਦਾ ਵਿਕਾਸ ਵਿੱਚ ਹੈ, ਜਿੱਥੇ ਸਦਾ ਹੈ ਸਭ ਕੁਝ, ਜਿੱਥੇ ਝੂਠ ਨਹੀਂ ਹੈ, ਸੱਚ ਵਰਤਦਾ ਹੈ, ਜਿੱਥੇ ਆਨੰਦ ਦੀ ਵਰਖਾ ਹੈ। ਮੇਘੇ ਨੂੰ ਫਰਮਾਨ ਹੋਆ, ਵਰਸੋ ਕਿਰਪਾ ਧਾਰ। ਮਹਾਰਾਜ ਫਿਰ ਕਹਿੰਦੇ ਹਨ, ਕਹੇ ਨਾਨਕ ਜਿਸ ਨੂੰ ਆਪ ਤੁਠਾ। ਗੁਰੂ ਅਮਰਦਾਸ ਨੇ ਇੱਕ ਐਸਾ ਭੇਦ ਖੋਲ੍ਹਿਆ ਹੈ ਜੀਵਨ ਦਾ,
ਜਿਹੜਾ ਮੈਨੂੰ ਅਗਰ ਮੈਂ ਸੀਰੀਅਸਲੀ ਇਸ ਨੂੰ ਵਿਚਾਰਾਂ ਤਾਂ ਮੈਂ ਜੀਵਨ ਦੇ ਤੱਤ ਵੱਲ ਤੁਰ ਸਕਦਾ ਹਾਂ। ਜਰਨੀ ਟੂ ਦੀ ਸੈਂਟਰ ਆਫ ਅਰਥ, what lies at the core of life, what is the reason for my wandering, where lies the beauty eternal, where lies the joy forever. ਮਹਾਰਾਜ ਕਹਿੰਦੇ ਹਨ, ਕਹਿ ਨਾਨਕ ਜਿਸਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਜਿਸਨੂੰ ਉਸਨੇ ਕੰਠ ਲਾਏ ਅਵਗੁਣ ਸਭ ਮਿਟੇ, ਦਇਆਲ ਪੁਰਖ ਬਖਸ਼ੰਦ। ਜਿਸਨੂੰ ਉਸਨੇ ਪਿਆਰ ਨਾਲ ਆਪਣਾ ਬਣਾ ਲਿਆ, ਆਲਿੰਗਨ ਕਰ ਲਿਆ, ਆਪਣੇ ਮਨ ਨੂੰ ਉਹਦੇ ਮਨ ਨਾਲ ਜੋੜ ਲਿਆ। ਜੀ ਦਾਨ ਦੇ ਭਗਤੀ ਲਾਇਨ, ਜੀਵਨ ਦਾ ਦਾਨ ਦਿੱਤਾ, ਭਗਤੀ ਵਾਲਾ ਜੀਵਨ। ਹਰ ਸਿਉ ਲੈਣ ਮਿਲਾਏ, ਹਰੀ ਨਾਲ ਮਿਲਾ ਦਿੱਤਾ। ਕਿਵੇਂ ਮਿਲਾਇਆ? ਆਪ ਨਾ ਮਨ ਉਸ ਮਨ ਨਾਲ ਜੋੜ ਕੇ ਮਿਲਾ ਦਿੱਤਾ। ਹੋਰ ਕੋਈ ਰਸਤਾ ਨਹੀਂ ਹੈ। ਹਰੀ ਨੂੰ ਜਾਣਨ ਦਾ ਕੋਈ ਡਾਇਰੈਕਟ ਰੂਟ ਨਹੀਂ ਹੈ। ਜਿਸ ਨੇ ਜਾਣਿਆ ਹੈ ਉਸ ਨਾਲ ਮਨ ਇੱਕ ਕਰਨ ਦਾ ਯਤਨ ਕਰਾਂਗੇ ਤਾਂ ਹੀ ਹੋਏਗਾ। ਉਹਦੇ ਲਈ ਆਪਣਾ ਮਨ ਛੱਡਣਾ ਹੋਏਗਾ, ਹਉਮੈ ਦਾ ਮਨ ਛੱਡਣਾ ਹੋਏਗਾ। ਮਨ ਵੇਚੇ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਪੁਕਾਰੀਏ ਭਗੋ ਨਾਨਕ ਅਰਦਾਸ, ਆਪਣੇ ਮਨ ਤੋਂ ਅਰਦਾਸ ਕਰੀਏ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣਾ ਗੁਣ ਨਾ ਵਿਚਾਰੋ। ਮੈਨੂੰ ਜੋੜ ਲਓ ਮਹਾਰਾਜ। ਸ਼ਬਦ ਦੇ ਧਿਆਨ ਲਈ ਮੈਂ ਮਨ ਨੂੰ ਸ਼ਾਂਤ ਕਰਾਂ, ਮਨ ਨੂੰ ਜੋੜਾਂ। ਬਹੁਤ ਆਨੰਦਮਈ ਬਾਣੀ ਹੈ। ਸਭ ਜੀਵਨ ਤੋਂ ਤੋੜ ਕੇ ਅੰਮ੍ਰਿਤ ਨਾਲ ਜੋੜ ਦਿੰਦੀ ਹੈ। ਗੁਰੂ ਅਮਰਦਾਸ ਦੇ ਦਰਸ਼ਨ ਬਹੁਤ ਪ੍ਰੇਮ ਵਾਲੇ ਹਨ। ਸਭ ਬਾਣੀ ਦੇ ਹੀ ਦਰਸ਼ਨ ਪ੍ਰੇਮ ਦੇ ਹਨ। ਪਰ ਅੱਜ ਗੁਰੂ ਅਮਰਦਾਸ ਦੀ ਇਸ ਬਾਣੀ ਵਿੱਚ ਮਨ ਬੜਾ ਸੌਖਾ ਭਿੱਜ ਜਾਂਦਾ ਹੈ। ਗੁਰੂ ਵੱਲ ਪ੍ਰੇਮ ਔਰ ਅਰਦਾਸ ਹੈ। ਸਾਰਿਆਂ ਦੀ ਕਿਰਪਾ ਹੈ। ਆਪ ਦੀ ਹਜ਼ੂਰੀ ਨਾਲ ਇਸ ਬਾਣੀ ਦੀ ਵਿਚਾਰ ਹੈ। ਬਹੁਤ ਧੰਨਵਾਦ ਹੈ ਆਪ ਸਭ ਦਾ। ਗੁਰੂ ਦੀ ਕਿਰਪਾ ਹੈ। ਇਸ ਪੌੜੀ ਦੀ ਵਿਚਾਰ ਆਪ ਇਤਨੀ ਪ੍ਰਵਾਨ ਕਰਨਾ। ਭੁੱਲਾਂ ਚੁੱਕਾਂ ਮੇਰੀਆਂ क्षमा ਕਰ ਦੇਣਾ। ਚਾਨਣ ਪਾਣਾ ਜ਼ਰੂਰ। ਕੁਝ ਗੱਲ ਤੁਸੀਂ ਵੀ ਸੁਣਾਓ ਗੁਰੂ ਦੀ। ਗੁਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ।